पंजाबी विरसा पॉडकास्ट। परमात्मा दी राह ते नानक लई गीत अति फुल ही विषय हैं। इसलिए उन्होंने जो भी कहा है गा के कहा है। उन्हों का राह बहुत मधुर रस भरिया। कल असी कबीर की गल कर रहे सां। सुरत कलारी भई मतवारी मधवा पी गई बिन तोले। नानक वही है जो मधवा नूं बिना तोले पी गए, फिर जीवन भर गाउंदे रहे। ये गीत साधारण गायक दे नहीं हैं, ये गीत उसदे हैं जिन्हें जानिया है। इन्हां गीतां च सत्य की भणक, इन्हां गीतां च परमात्मा की झलक है। दूजी गल जपजी के जन्म के संबंध विच जिस भादो की रात की मैं गल की, वो नानक तद नानक की उम्र रही होनी है कोई 16-17। जपजी का जन्म होया तद उन्हां दी उम्र सी कोई 36 वरे 6 महीने 15 दिन। जिस घटना का मैं जिक्र किया वो भादो की रात वो साधक सन, पहाड़ विच सन। प्यारे की पुकार चल रही सी, पियो पियो। अजे पपीहा रट लगा रहा सी, अजे मिलन नहीं सी होया। जपजी का जब जन्म होया, उस मिलन के पिछों उन्हां दा पहला फरमान सी। पपीहे ने पा लिया अपने प्यारे नूं, पियो पियो की रटन पूरी हुई, मिलन हो गया। उस मिलन तो पहला जिहड़ा पहला फरमान होया वो जपजी है। इसलिए नानक की बाणी च जो मुल जपजी का है वो किसी होर गल का नहीं। जपजी ताजी तो ताजी खबर है उस लोक दी जिथों मुड़ के उन्होंने जो पहली गल कही वो ये है, उस जगत तो इस जगत विच आके जो पहले शब्द पुंगरे वही जपजी है। उस घटना नूं ये समझ लेना है। नदी के कंढे रात के हनेरे च अपने साथी सेवक मर्दाने के नाल वो नदी के कंढे ते बैठे सन। अचानक उन्होंने कपड़े ला दिते, बिना कुछ कहे वो नदी च उतर गए। मर्दाना पूछता ही रहा, की कर रहे हो? रात ठंडी है, हनेरी है। हुण नदी च वो चले गए। मर्दाना पीछे पीछे गया। नानक ने टुब्बी मारी। मर्दाना सोचता सी पल दो पल विच बाहर आ जाएंगे, फिर वो बाहर नहीं आए। 5-10 मिनट तक मर्दाने ने राह वेखी, फिर वो लभण लगा कि वो किथे गवाच गया। फिर वो पुकारन लग पिया ते कंडे कंडे नठण लगा, किथे हो? बोलो, आवाज दिओ। उसनूं एवें जापिया जिवें नदी की लहर लहर चो आवाज आउंदी होवे, धीरज रखो, धीरज रखो। पर नानक की कोई सुध नहीं। वो नठदा नठदा पिंड गया। अद्धी राती लोकां नूं जगा दिता। भीड़ इकट्ठी हो गई।
ਨਾਨਕ ਨੂੰ ਸਾਰੇ ਲੋਕ ਪਿਆਰ ਕਰਦੇ ਸਨ। ਸਾਰਿਆਂ ਨੂੰ ਨਾਨਕ ਵਿੱਚ ਕੁਝ ਹੋਂਦ ਦਿਖਾਈ ਦਿੰਦੀ ਸੀ। ਨਾਨਕ ਦੀ ਮੌਜੂਦਗੀ 'ਚ ਸਾਰਿਆਂ ਨੂੰ ਖੁਸ਼ੀ ਮਹਿਸੂਸ ਹੁੰਦੀ ਸੀ। ਫੁੱਲ ਅਜੇ ਖਿੜਿਆ ਨਹੀਂ ਸੀ, ਪਰ ਕਲੀ ਵੀ ਤਾਂ ਖੁਸ਼ਬੂ ਦਿੰਦੀ ਹੈ। ਸਾਰਾ ਪਿੰਡ ਰੋਣ ਲੱਗਾ, ਭੀੜ ਇਕੱਠੀ ਹੋ ਗਈ। ਸਾਰੀ ਨਦੀ ਛਾਂ ਮਾਰੀ, ਇਸ ਕੋਨੇ ਤੋਂ ਉਸ ਕੋਨੇ ਤੱਕ ਲੋਕੀ ਭੱਜਣ ਲੱਗੇ, ਪਰ ਕੋਈ ਪਤਾ ਨਾ ਲੱਗਿਆ। 3 ਦਿਨ ਬੀਤ ਗਏ। ਲੋਕਾਂ ਨੇ ਮੰਨ ਹੀ ਲਿਆ ਕਿ ਨਾਨਕ ਨੂੰ ਕੋਈ ਜਾਨਵਰ ਖਾ ਗਿਆ। ਡੁੱਬ ਗਏ, ਬਹਿ ਗਏ, ਕਿਸੇ ਖਾਈ ਖੱਡ 'ਚ ਫਸ ਗਏ। ਮੰਨ ਹੀ ਲਿਆ ਕਿ ਮਰ ਗਏ। ਰੋਣਾ ਪਿੱਟਣਾ ਪੈ ਗਿਆ। ਘਰ ਦੇ ਲੋਕਾਂ ਨੇ ਵੀ ਸਮਝ ਲਿਆ ਹੁਣ ਮੁੜਨ ਦਾ ਕੋਈ ਉਪਾਅ ਨਹੀਂ ਰਿਹਾ। ਤੇ ਤੀਜੇ ਦਿਨ ਰਾਤ ਅਚਾਨਕ ਨਾਨਕ ਨਦੀ 'ਚ ਪ੍ਰਗਟ ਹੋਏ। ਜਦ ਉਹ ਨਦੀ 'ਚ ਪ੍ਰਗਟ ਹੋਏ ਤੇ ਜਪਜੀ ਉਹਨਾਂ ਦਾ ਪਹਿਲਾ ਵਚਨ ਸੀ। ਇਹ ਉਚਾਰਨ ਕੀਤਾ ਤੇ ਕਿਹਾ, ਕਹਾਣੀ ਇਵੇਂ ਹੈ। ਕਹਿੰਦਾ ਹਾਂ ਕਹਾਣੀ। ਕਹਾਣੀ ਦਾ ਮਤਲਬ ਹੁੰਦਾ ਹੈ ਜੋ ਸੱਚ ਵੀ ਹੈ ਤੇ ਨਹੀਂ ਵੀ। ਸੱਚ ਇਸ ਲਈ ਹੈ ਜੋ ਸੱਚਾਈ ਦੀ ਖਬਰ ਦਿੰਦੀ ਹੈ, ਤੇ ਸੱਚ ਇਸ ਲਈ ਨਹੀਂ ਕਿ ਹੈ ਤਾਂ ਕਹਾਣੀ ਹੀ। ਇਹ ਪ੍ਰਤੀਕਾਂ ਦੀ ਖਬਰ ਦਿੰਦੀ ਹੈ। ਸੋ ਜਿੰਨੀ ਗਹਿਰੀ ਗੱਲ ਕਰਨੀ ਹੋਵੇ ਉਨੇ ਹੀ ਪ੍ਰਤੀਕਾਂ ਦੀ ਭਾਲ ਕਰਨੀ ਪੈਂਦੀ ਹੈ। ਜਦ ਨਾਨਕ 3 ਦਿਨਾਂ ਲਈ ਨਦੀ 'ਚ ਗਵਾਚ ਗਏ, ਕਹਾਣੀ ਇਹ ਹੈ ਕਿ ਉਹ ਪਰਮਾਤਮਾ ਦੇ ਦੁਆਰ ਤੇ ਪ੍ਰਗਟ ਰੱਬ ਦਾ ਉਹਨਾਂ ਨੂੰ ਅਨੁਭਵ ਹੋਇਆ। ਜਾਣਿਆ ਉਸ ਪਿਆਰੇ ਨੂੰ ਅੱਖੀਆਂ ਦੇ ਸਾਹਮਣੇ ਬਿਠਾ ਜਿਸ ਨੂੰ ਉਹ ਪੁਕਾਰਦੇ ਸਨ, ਜਿਹੜਾ ਉਹਨਾਂ ਦੇ ਹਿਰਦੇ ਦੀ ਧੜਕਣ ਚ ਪਿਆਸ ਬਣਿਆ ਸੀ। ਉਸ ਨੂੰ ਸਾਹਮਣੇ ਵੇਖਿਆ, ਤ੍ਰਿਪਤ ਹੋ ਗਏ। ਤਾਂ ਪਰਮਾਤਮਾ ਨੇ ਕਿਹਾ, ਹੁਣ ਤੂੰ ਜਾ, ਇਹ ਜੋ ਮੈਂ ਤੈਨੂੰ ਦਿੱਤਾ ਹੈ ਉਹ ਲੋਕਾਂ 'ਚ ਵੰਡ। ਜਪਜੀ ਉਹਨਾਂ ਦੀ ਪਹਿਲੀ ਭੇਟਾ ਹੈ ਪਰਮਾਤਮਾ ਕੋਲੋਂ ਪਰਤ ਕੇ। ਇਹ ਕਹਾਣੀ ਹੈ ਉਸ ਦੇ ਪ੍ਰਤੀਕਾਂ ਨੂੰ ਸਮਝ ਲਓ। ਇੱਕ ਜਦ ਤੱਕ ਤੁਸੀਂ ਗਵਾਚ ਨਾ ਜਾਓ, ਜਦ ਤੱਕ ਤੁਸੀਂ ਮਰ ਨਾ ਜਾਓ, ਉਦੋਂ ਤੱਕ ਪਰਮਾਤਮਾ ਨਾਲ ਕੋਈ ਮਿਲਾਪ ਨਹੀਂ ਹੁੰਦਾ। ਨਦੀ 'ਚ ਗੁੰਮ ਹੋ ਜਾਓ ਤੇ ਪਹਾੜਾਂ 'ਚ, ਇਸ ਲਈ ਕੋਈ ਫਰਕ ਨਹੀਂ ਪੈਂਦਾ। ਪਰ ਤੁਸੀਂ ਨਹੀਂ ਬਚਣਾ ਚਾਹੀਦੇ। ਤੁਹਾਡਾ ਗੁੰਮ ਹੋ ਜਾਣਾ ਹੀ ਉਸ ਦਾ ਹੋਣਾ ਹੈ। ਜਦ ਤੱਕ ਤੁਸੀਂ ਹੋ, ਉਹ ਨਹੀਂ ਹੋ ਪਾਏਗਾ। ਤੁਸੀਂ ਹੀ ਰੁਕਾਵਟ ਹੋ, ਤੁਸੀਂ ਹੀ ਦੀਵਾਰ ਹੋ। ਤਾਂ ਇਹ ਜੋ ਨਦੀ 'ਚ ਗਵਾਚ ਜਾਣ ਦੀ ਕਹਾਣੀ ਹੈ, ਤੁਹਾਨੂੰ ਵੀ ਗਵਾਚ ਜਾਣਾ ਪਵੇਗਾ, ਤੁਹਾਨੂੰ ਵੀ ਡੁੱਬ ਜਾਣਾ ਪਵੇਗਾ। 3 ਦਿਨ ਲੱਗਦੇ ਹਨ। ਇਸ ਲਈ ਤਾਂ ਅਸੀਂ ਜਦ ਆਦਮੀ ਮਰ ਜਾਂਦਾ ਹੈ ਤਾਂ ਤੀਜਾ ਮਨਾਉਂਦੇ ਹਾਂ। ਤੀਜਾ ਅਸੀਂ ਇਸ ਲਈ ਮਨਾਉਂਦੇ ਹਾਂ ਕਿ ਮਰਨ ਦੀ ਘਟਨਾ ਪੂਰੀ ਹੋਣ 'ਚ 3 ਦਿਨ ਲੱਗ ਜਾਂਦੇ ਹਨ। ਉਨਾ ਸਮਾਂ ਜ਼ਰੂਰੀ ਹੈ। ਹੰਕਾਰ ਮਰਦਾ ਹੈ, ਇੱਕਦਮ ਨਹੀਂ, ਘੱਟੋ ਘੱਟ 3 ਦਿਨ ਲੈਂਦਾ ਹੈ। ਇਸ ਲਈ ਕਹਾਣੀ 'ਚ 3 ਦਿਨ ਹਨ ਕਿ ਨਾਨਕ 3 ਦਿਨ ਨਦੀ 'ਚ ਗਵਾਚੇ ਰਹੇ। ਹੰਕਾਰ ਪੂਰਾ ਗਲ ਗਿਆ, ਮਰ ਗਿਆ। ਤੇ ਨੇੜੇ ਗੁਆਂਢੀਆਂ, ਮਿੱਤਰਾਂ, ਪਿਆਰਿਆਂ ਤੇ ਪਰਿਵਾਰ ਦੇ ਲੋਕਾਂ ਨੂੰ ਤਾਂ ਹੰਕਾਰ ਹੀ ਵਿਖਾਈ ਦਿੰਦਾ ਹੈ। ਤੁਹਾਡੀ
ਆਤਮਾ ਦਿਖਾਈ ਨਹੀਂ ਦਿੰਦੀ। ਇਸ ਲਈ ਉਹਨਾਂ ਨੇ ਤਾਂ ਸਮਝਿਆ ਨਾਨਕ ਮਰ ਗਿਆ। ਜਦੋਂ ਵੀ ਕੋਈ ਸੰਨਿਆਸੀ ਹੁੰਦਾ ਹੈ ਤੇ ਘਰ ਦੇ ਲੋਕ ਸਮਝ ਲੈਂਦੇ ਹਨ ਕਿ ਮਰ ਗਿਆ। ਜਦ ਵੀ ਕੋਈ ਉਸਦੀ ਭਾਲ 'ਚ ਜਾਂਦਾ ਹੈ, ਘਰ ਦੇ ਲੋਕ ਮੰਨ ਲੈਂਦੇ ਹਨ ਰੁਕ ਗਿਆ, ਕਿਉਂਕਿ ਹੁਣ ਇਹ ਉਹ ਤੇ ਰਿਹਾ ਨਹੀਂ। ਪੁਰਾਣੀ ਜੰਜੀਰ ਟੁੱਟ ਗਈ, ਅਤੀਤ ਮਿਟਿਆ, ਹੁਣ ਨਵਾਂ ਹੋਇਆ। ਇਸ ਵਿਚਕਾਰ 3 ਦਿਨ ਦੀ ਖਾਈ ਹੈ। ਇਸ ਲਈ 3 ਦਿਨ ਪ੍ਰਤੀਕ ਹਨ। 3 ਦਿਨਾਂ ਪਿੱਛੋਂ ਨਾਨਕ ਪਰਤ ਆਏ। ਜੋ ਵੀ ਗਵਾਚਦਾ ਹੈ ਉਹ ਮੁੜ ਆਉਂਦਾ ਹੈ ਤੇ ਨਵਾਂ ਹੋ ਕੇ ਮੁੜਦਾ ਹੈ। ਜਿਹੜਾ ਵੀ ਜਾਂਦਾ ਹੈ ਉਸ ਰਸਤੇ ਉੱਤੇ ਮੁੜ ਆਉਂਦਾ ਹੈ। ਪਰ ਜਾ ਰਿਹਾ ਸੀ ਤਦ ਪਿਆਸਾ ਸੀ, ਆਉਂਦਾ ਹੈ ਜਦੋਂ ਸ਼ਹਿਨਸ਼ਾਹ ਹੋ ਕੇ ਆਉਂਦਾ ਹੈ। ਜਿਹੜਾ ਵੀ ਪਰਮਾਤਮਾ 'ਚ ਲੀਨ ਹੁੰਦਾ ਹੈ, ਗਿਆਨ ਵੇਲੇ ਮੰਗਣ ਵਾਲਾ ਕਟੋਰਾ ਹੁੰਦਾ ਹੈ, ਆਉਣ ਵੇਲੇ ਵੰਡਣ ਲਈ ਅਥਾਹ ਧਨ ਹੁੰਦਾ ਹੈ। ਜਪ ਜੀ ਪਹਿਲੀ ਭੇਟ ਹੈ, ਪਰਮਾਤਮਾ ਦੇ ਸਾਹਮਣੇ ਪ੍ਰਗਟ ਹੋਣਾ, ਪਿਆਰੇ ਨੂੰ ਪਾ ਲੈਣਾ। ਇਹਨਾਂ ਪ੍ਰਤੀਕਾਂ ਨੂੰ ਤੁਸੀਂ ਭਾਸ਼ਾਈ ਰੂਪ 'ਚ ਬਿਲਕੁਲ ਸੱਚ ਨਾ ਸਮਝ ਲੈਣਾ, ਕਿਉਂਕਿ ਕਿਤੇ ਵੀ ਪਰਮਾਤਮਾ ਬੈਠਾ ਹੋਇਆ ਨਹੀਂ ਹੈ ਜਿਸ ਦੇ ਅੱਗੇ ਤੁਸੀਂ ਪ੍ਰਗਟ ਹੋ ਜਾਓ। ਜੇਕਰ ਗੱਲ ਕਹਿਣੀ ਹੋਵੇ ਤਾਂ ਹੋਰ ਕੁਝ ਕਹਿਣ ਦਾ ਉਪਾਅ ਵੀ ਨਹੀਂ ਹੈ। ਜਦ ਤੁਸੀਂ ਮਿਟਦੇ ਹੋ ਤਾਂ ਜੋ ਵੀ ਅੱਖ ਦੇ ਸਾਹਮਣੇ ਹੁੰਦਾ ਹੈ ਉਹੀ ਪਰਮਾਤਮਾ। ਪਰਮਾਤਮਾ ਕੋਈ ਮਨੁੱਖ ਨਹੀਂ ਹੈ, ਪਰਮਾਤਮਾ ਨਿਰਾਕਾਰ ਸ਼ਕਤੀ ਹੈ। ਤੁਸੀਂ ਉਸਦੇ ਸਾਹਮਣੇ ਕਿਵੇਂ ਹੋ ਸਕੋਗੇ? ਜਿੱਥੇ ਤੁਸੀਂ ਵੇਖੋਗੇ ਉੱਥੇ ਉਹੀ ਹੈ। ਜੇ ਤੁਸੀਂ ਦੇਖੋਗੇ ਉਹੀ ਉਹ ਹੈ। ਜਿਸ ਦਿਨ ਅੱਖ ਖੁੱਲੇਗੀ ਸਭ ਉਹੀ ਹੈ। ਬਸ ਤੁਸੀਂ ਮਿਟ ਜਾਓਗੇ, ਅੱਖ ਖੁੱਲ ਜਾਏਗੀ। ਹੰਕਾਰ ਤੁਹਾਡੀ ਅੱਖ 'ਚ ਪਿਆ ਹੋਇਆ ਅੱਖ ਹੈ। ਉਸਦੇ ਹਟਦੇ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਪਰਮਾਤਮਾ ਪ੍ਰਗਟ ਹੀ ਸੀ, ਤੁਸੀਂ ਹਾਜ਼ਰ ਨਹੀਂ ਸੀ। ਨਾਨਕ ਮਿਟੇ ਪਰਮਾਤਮਾ ਪ੍ਰਗਟ ਹੋ ਗਿਆ। ਜਿਵੇਂ ਹੀ ਪਰਮਾਤਮਾ ਪ੍ਰਗਟ ਹੁੰਦਾ ਹੈ ਤੁਸੀਂ ਵੀ ਪਰਮਾਤਮਾ ਹੋ ਜਾਂਦੇ ਹੋ, ਕਿਉਂਕਿ ਉਸਦੇ ਸਿਵਾ ਹੋਰ ਕੁਝ ਵੀ ਨਹੀਂ ਹੈ। ਨਾਨਕ ਪਰਤੇ ਪਰਮਾਤਮਾ ਹੋ ਕੇ ਪਰਤੇ। ਫਿਰ ਉਹਨਾਂ ਨੇ ਜੋ ਵੀ ਕਿਹਾ, ਇੱਕ ਇੱਕ ਸ਼ਬਦ ਬਹੁਮੁੱਲਾ ਹੈ। ਫਿਰ ਇੱਕ ਇੱਕ ਸ਼ਬਦ ਨੂੰ ਅਸੀਂ ਕੋਈ ਵੀ ਕੀਮਤ ਦਈਏ ਤਾਂ ਵੀ ਕੀਮਤ ਛੋਟੀ ਹੋਵੇਗੀ। ਫਿਰ ਇੱਕ ਇੱਕ ਸ਼ਬਦ ਵੇਦ ਵਚਨ ਹੈ।